ਜੈ ਵਾਲਮੀਕੀ ਜੀ। ਸਾਰੇ ਹੀ ਵਾਲਮੀਕਨ ਨਾਮ ਲੇਵਾ ਸੰਗਤਾਂ ਨੂੰ ਸਾਜਨ ਬੇਨਤੀ ਕਰ ਰਹੇ ਜੀ। ਭਗਵਾਨ ਵਾਲਮੀਕੀ ਇੰਟਰਨੈਸ਼ਨਲ ਸਭਾ UAE, ਜਿਹਦੇ ਵਿੱਚ ਗਰੁੱਪ ਦੇ ਵਿੱਚ ਇਹ ਇੱਕ ਪੋਸਟ ਹੈ। ਪਾਵਨ ਸ਼੍ਰੀ ਯੋਗ ਵਸਿਸ਼ਠ ਮਹਾਰਾਜ ਜੀ ਦੇ ਪਾਵਨ ਸ਼ਲੋਕ ਮੇਰੇ ਵੀਰ ਸੋਤਾ ਸਾਹਿਬ ਨੇ ਪਾਈ ਹੈ। ਸਭ ਤੋਂ ਪਹਿਲਾਂ ਉਹਨਾਂ ਨੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਔਰ ਰਵਿਦਾਸ ਮਹਾਰਾਜ ਜੀ ਦਾ ਨਾਅਰਾ ਬੁਲੰਦ ਕੀਤਾ। ਪਾਵਨ ਸ਼੍ਰੀ ਯੋਗ ਵਸਿਸ਼ਠ ਮਹਾਰਾਜ ਜੀ ਦੇ ਵਿੱਚ 6 ਪ੍ਰਕਰਨ ਹਨ, ਜਿਨ੍ਹਾਂ ਵਿੱਚੋਂ ਅੱਜ ਦਾ ਜਿਹੜਾ ਪਾਵਨ ਹੁਕਮਨਾਮਾ ਹੈ, ਜਿਹੜਾ ਸ਼ਲੋਕ ਮਹਾਰਾਜ ਜੀ ਦਾ ਹੈ, ਉਹ ਮੇਰੇ ਵੀਰ ਨੇ ਪੋਸਟ ਰਾਹੀਂ ਪਾਇਆ ਹੈ। ਉਪਸ਼ਮ ਪ੍ਰਕਰਨ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਗਿਆਨ से और मार्ग कल्याण निमित्त कोई नहीं। ਇੱਥੇ ਸ਼ਲੋਕ ਮਹਾਰਾਜ ਜੀ ਦਾ ਇੱਥੇ ਵਿਸਰਾਮ ਚਿੰਨ੍ਹ ਲੱਗਦਾ। ਮਹਾਰਾਜ ਜੀ ਕਹਿੰਦੇ ਗਿਆਨ ਤੋਂ ਬਿਨਾਂ ਔਰ ਮਾਰਗ ਤੋਂ ਬਿਨਾਂ ਕਦੀ ਕਲਿਆਣ ਨਹੀਂ ਹੋ ਸਕਦਾ। ਧੰਨ ਧੰਨ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਯੋਗ ਵਸਿਸ਼ਠ ਦੇ ਵਿੱਚ ਮੰਗਲਾਚਰਨ ਤੋਂ ਬਾਅਦ ਹੀ ਇਹ ਗੱਲ ਕੀਤੀ ਸੀ ਕਿ ਸਤਿਕਸ਼ਣ ਰਿਸ਼ੀ ਜਦੋਂ ਆਪਣੇ ਆਸ਼ਰਮ ਵਿੱਚ ਆਇਆ ਤੇ ਆਣ ਕੇ ਬੈਠ ਗਿਆ ਤੇ ਕਹਿਣ ਲੱਗਾ ਆਪਣੇ ਗੁਰੂਦੇਵ ਨੂੰ, ਮਹਾਰਾਜ ਮੈਨੂੰ ਇੱਕ ਸ਼ੰਕਾ ਪੈਦਾ ਹੋ ਗਈ ਹੈ, ਉਹ ਕਿਰਪਾ ਕਰਕੇ ਤੁਸੀਂ ਉਹਦਾ ਨਿਵਾਰਨ ਕਰੋ ਕਿ ਇਨਸਾਨ ਦੀ ਜਿਹੜੀ ਮੁਕਤੀ ਹੈ ਉਹ ਗਿਆਨ ਨਾਲ ਹੋ ਸਕਦੀ ਹੈ ਜਾਂ ਕਰਮ ਦੇ ਨਾਲ ਹੋ ਸਕਦੀ ਹੈ। ਉਹਦੇ ਵਿੱਚ ਗਿਆਨ ਔਰ ਕਰਮ ਲਿਖਿਆ, ਤੋ ਇਹਨੂੰ ਥੋੜ੍ਹਾ ਜਿਹਾ ਵਿਚਾਰਦੇ ਹਾਂ। ਗਿਆਨ ਤੋਂ ਭਾਵ ਆਪਾਂ ਸਾਰੇ ਸਮਝਦੇ ਹਾਂ, ਅਤੇ ਇੱਥੇ ਮੇਰੇ ਵੀਰ ਨੇ ਲਿਖਿਆ ਮਾਰਗ। ਕਰਮ ਦਾ ਮਤਲਬ ਹੁੰਦਾ ਕੰਮ ਕਰਨਾ, ਗਿਆਨ ਦੇ ਉੱਪਰ ਕੰਮ ਕਰਨਾ, ਗਿਆਨ ਨੂੰ ਪ੍ਰਾਪਤ ਕਰਕੇ ਉਹਦੇ ਉੱਪਰ ਚੱਲਣਾ, ਉਹਦੇ 'ਤੇ ਕੰਮ ਕਰਨਾ। ਮਤਲਬ ਕਿ ਗਿਆਨ ਦੇ ਉੱਪਰ ਚੱਲਣ ਦਾ ਮਤਲਬ ਹੈ ਗਿਆਨ ਦਾ ਰਸਤੇ ਉੱਤੇ ਚੱਲਣਾ। ਰਸਤੇ ਤੋਂ ਭਾਵ ਹੈ ਪੰਧ, ਪੰਧ ਤੋਂ ਭਾਵ ਹੈ ਪੰਥ। ਅਤੇ ਇੱਕ ਸਾਡਾ ਹੈ ਗ੍ਰੰਥ ਯੋਗ ਵਸਿਸ਼ਠ, ਅਤੇ ਦੂਜਾ ਹੈ ਸਾਡਾ ਪੰਥ। ਪੰਥ ਤੋਂ ਭਾਵ ਰਸਤਾ। ਨਾ ਤਾਂ ਅਸੀਂ ਗ੍ਰੰਥ ਨੂੰ ਅਹਿਮੀਅਤ ਦਿੱਤੀ ਔਰ ਨਾ ਉਸ ਰਸਤੇ ਨੂੰ ਪਕੜਿਆ, ਪੰਥ ਨੂੰ ਪਕੜਿਆ। ਅਸੀਂ ਦੋਨੇ ਪਾਸਿਓਂ ਵੀਕ ਹਾਂ। ਤਾਂ ਉਹਦੇ ਵਿੱਚ ਹੀ ਅੱਗੇ ਮਹਾਰਾਜ ਨੇ ਉਦਾਹਰਨ ਦਿੱਤੀ ਹੈ ਕਿ ਜਿਵੇਂ ਪੰਛੀ ਨੂੰ ਉੱਡਣ ਵਾਸਤੇ ਦੋਨਾਂ ਪਰਾਂ ਦੀ ਜ਼ਰੂਰਤ ਹੈ, ਗਿਆਨ ਦੀ ਵੀ ਜ਼ਰੂਰਤ ਹੈ ਔਰ ਕਰਮ ਦੀ ਵੀ ਜ਼ਰੂਰਤ ਹੈ। ਭਾਵ ਗ੍ਰੰਥ ਦੀ ਵੀ ਜ਼ਰੂਰਤ ਹੈ, ਉਹ ਗ੍ਰੰਥ ਦੇ ਉੱਪਰ ਚੱਲਣ ਦੀ ਪੰਧ ਦੀ ਵੀ ਜ਼ਰੂਰਤ ਹੈ, ਪੰਥ ਦੀ ਵੀ ਜ਼ਰੂਰਤ ਹੈ। ਤਾਂ ਅਸੀਂ ਆਪਣੇ ਪੰਥ ਨੂੰ ਤਾਂ ਅਹਿਮੀਅਤ ਦਿੰਦੇ ਹੀ ਨਹੀਂ ਹੈ, ਤਾਂ ਸਾਨੂੰ ਗਿਆਨ ਕਿੱਥੋਂ ਆ ਜਾਏਗਾ। ਮਹਾਰਾਜ ਜੀ ਲਿਖਦੇ ਗਿਆਨ ਔਰ ਮਾਰਗ ਕਲਿਆਣ ਨਿਮਤ ਕੋਈ ਨਹੀਂ। ਇੱਥੇ ਵਿਸ਼ਰਾਮ ਚੱਲ। ਮਹਾਰਾਜ ਕਹਿੰਦੇ ਵੀ ਰਸਤੇ ਤੋਂ ਬਿਨਾਂ, ਉਦਾਹਰਨ ਦੇ ਤੌਰ 'ਤੇ ਜੇ ਕੋਈ ਇਨਸਾਨ ਕਿਸੇ ਦੇ ਕੋਲੋਂ ਕੋਈ ਗੁਣ ਲੈਂਦਾ, ਭਾਵ ਕੋਈ ਕੰਮ ਸਿੱਖਦਾ, ਅਗਰ ਉਹ ਉਸ ਸਿੱਖੇ ਹੋਏ ਗੁਣ ਨੂੰ, ਸਿੱਖੇ ਹੋਏ ਕੰਮ ਦੇ ਉੱਤੇ ਕਰਮ ਨਹੀਂ ਕਰੇਗਾ, ਉਸ ਰਸਤੇ 'ਤੇ ਨਹੀਂ ਚੱਲੇਗਾ, ਤਾਂ ਕਦੀ ਵੀ ਸਕਸੈਸਫੁੱਲ ਨਹੀਂ ਹੋਵੇਗਾ। ਕਿਉਂਕਿ ਜੋ ਕਰਮ ਅਸੀਂ ਸਿੱਖਿਆ ਗਿਆਨ ਦਾ, ਚਾਹੇ ਕਿਸੇ ਵੀ ਖੇਤਰ ਦੇ ਵਿੱਚ, ਚਾਹੇ ਕੋਈ ਮਿਸਤਰੀ ਦਾ ਹੋਇਆ, ਚਾਹੇ ਕਾਰੀਗਰ ਦਾ ਹੋਇਆ, ਉਹ ਜਿਹੜਾ ਅਸੀਂ ਗਿਆਨ ਪ੍ਰਾਪਤ ਕੀਤਾ, ਅਗਰ ਅਸੀਂ ਗਿਆਨ ਦੇ ਉੱਤੇ ਅਭਿਆਸ ਨਹੀਂ ਕਰਾਂਗੇ ਤਾਂ ਅਸੀਂ ਉਹਦੇ ਵਿੱਚ ਕਦੀ ਸਕਸੈਸਫੁੱਲ ਨਹੀਂ ਹੋ ਸਕਦੇ। ਅਤੇ ਇੱਥੇ ਵੀ ਮਹਾਰਾਜ ਨੇ ਬੜੀ ਡਿਟੇਲ ਨਾਲ ਸਮਝਾਇਆ ਕਿ ਮਹਾਰਾਜ ਕਹਿੰਦੇ ਮਾਰਗ ਤੋਂ ਬਿਨਾਂ, ਉਹ ਅਭਿਆਸ ਕਰਨ ਤੋਂ ਬਿਨਾਂ ਕਦੀ ਵੀ ਉਹ ਮਾਰਗ ਤੈਅ ਨਹੀਂ ਹੋ ਸਕਦਾ। ਅਸੀਂ ਕਾਰੀਗਰ ਨਹੀਂ ਬਣ ਸਕਦੇ। ਬੇਸ਼ੱਕ ਅਸੀਂ ਕਾਰਾਗਰੀ ਸਿੱਖ ਲਈ, ਪਰ ਉਸ ਕਾਰਾਗਰੀ ਦੇ ਉੱਪਰ ਅਸੀਂ ਅਭਿਆਸ ਨਹੀਂ ਕੀਤਾ, ਅਸੀਂ ਮਾਰਗ ਨਹੀਂ ਪਕੜਿਆ, ਇਸ ਕਰਕੇ ਅਸੀਂ ਅਧੂਰੇ ਰਹਿ ਗਏ। ਅੱਗੇ ਮਹਾਰਾਜ ਨੇ ਲਿਖਿਆ ਕਿ ਜਿਸ ਕਾ ਮਨ ਆਸ਼ਾ ਰੂਪੀ ਫਾਂਸੀ ਕੇ ਸਾਥ ਬਾਂਧਾ ਹੁਆ ਹੈ, वह जीव संसार समुद्र में पार नहीं हो सकता। ਫਿਰ ਉਸ ਗੱਲ ਦਾ ਮਹਾਰਾਜ ਨੇ ਜਵਾਬ ਦਿੱਤਾ। ਪਹਿਲਾਂ ਉਹ ਉਹਨਾਂ ਸ਼ਲੋਕ ਸੀ, ਫਿਰ ਉਹਨਾਂ ਨੇ ਅਗਰ ਕੀਤਾ ਸਵਾਲ ਦੱਸਿਆ। ਮਹਾਰਾਜ ਨੇ ਕਿਹਾ ਕਿ ਜਿਹੜਾ ਮਨੁੱਖ ਭਾਵਨਾਵਾਂ ਦੇ ਵਿੱਚ ਬੰਨਿਆ ਹੋਇਆ, ਸੰਸਾਰ ਦੀਆਂ ਜਿਹੜੀਆਂ
ਆਪਣੀਆਂ ਘਰ ਦੀਆਂ ਗ੍ਰਿਸ਼ਤੀ ਦੀਆਂ ਜਿਹੜੀਆਂ ਬਾਂਧਾਂ ਵਾਂ, ਜਿਹਨੂੰ ਆਪਾਂ ਕਹਿੰਦੇ ਹਾਂ ਮਜਬੂਰੀਆਂ, ਉਹਨਾਂ ਵਿੱਚ ਬੰਨ੍ਹਿਆ ਹੋਇਆ ਉਹ ਭਾਵ ਸਾਗਰ ਤੋਂ ਕਦੀ ਪਾਰ ਨਹੀਂ ਹੋ ਸਕਦਾ। ਸੰਸਾਰ ਵਿੱਚ ਰਹਿ ਕੇ ਨਿਰੰਕਾਰ ਦੇ ਨਾਲ ਜੁੜਨਾ ਹੀ ਭਾਵ ਸਾਗਰ ਪਾਰ ਕਰਨਾ ਹੈ। ਅੱਗੇ ਮਹਾਰਾਜ ਨੇ ਬਿਆਨ ਕੀਤਾ ਕਿ ऐसा जीव संसार समुद्र में गोते खाता है और ज्ञानवान पुरुष उसको शीघ्र पार कर जाता है। ਮਹਾਰਾਜ ਕਹਿੰਦੇ ਜਿਹੜਾ ਭਾਵਨਾਵਾਂ ਦੇ ਵਿੱਚ ਬੰਨ੍ਹਿਆ ਹੋਇਆ, ਇਹ ਮਜਬੂਰੀਆਂ ਦੇ ਵਿੱਚ ਬੰਨ੍ਹਿਆ ਹੋਇਆ, ਉਹ ਸੰਸਾਰ ਸਮੁੰਦਰ ਦੇ ਵਿੱਚ ਗੋਤੇ ਖਾਂਦਾ, ਭਾਵ ਡਗਮਗਾ ਜਾਂਦਾ। ਜਿਹਨੂੰ ਆਪਣੇ ਉੱਪਰ ਕੌਨਫੀਡੈਂਸ ਨਹੀਂ ਹੈਗਾ, ਉਹ ਹਮੇਸ਼ਾ ਡਗਮਗਾ ਜਾਂਦਾ। ਅਤੇ ਅਸੀਂ ਆਪਣੇ ਅੰਦਰ ਕੌਨਫੀਡੈਂਸ ਘੱਟ ਔਰ ਦੂਸਰਿਆਂ 'ਤੇ ਕੌਨਫੀਡੈਂਸ ਜ਼ਿਆਦਾ ਕਰਦੇ ਹਾਂ ਕਿ ਦੂਸਰਾ ਸਾਡਾ ਜਿਹੜਾ ਉਹ ਮਸਲਾ ਹੱਲ ਕਰ ਦੇਵੇਗਾ, ਕਿਉਂਕਿ ਅਸੀਂ ਪ੍ਰਸ਼ਾਰਤ ਖੁਦ ਨਹੀਂ ਕਰਦੇ। ਪ੍ਰਸ਼ਾਰਤ ਦਾ ਮਤਲਬ ਹੈ ਮਿਹਨਤ। ਔਰ ਮਹਾਰਾਜ ਜੀ ਨੇ ਇੱਥੇ ਸਾਨੂੰ ਸਮਝਾਇਆ ਕਿ ਹੇ ਜੀਵ, ਜੇ ਭਵਸਾਗਰ ਤੋਂ ਪਾਰ ਹੋਣਾ ਤਾਂ ਮਿਹਨਤ ਤੈਨੂੰ ਖੁਦ ਨੂੰ ਕਰਨੀ ਪੈਣੀ ਹੈ। ਗੁਰੂ ਹਮੇਸ਼ਾ ਗਿਆਨ ਦਿੰਦਾ, ਉਹਨੇ ਰਸਤਾ ਦੱਸ ਦੇਣਾ, ਰਸਤੇ 'ਤੇ ਚੱਲਣਾ ਸਾਨੂੰ ਆਪ ਨੂੰ ਪੈਣਾ। ਜੇ ਅਸੀਂ ਉਸ ਰਸਤੇ 'ਤੇ ਚੱਲ ਕੇ ਕਰਮ ਕਰਾਂਗੇ, ਅਭਿਆਸ ਕਰਾਂਗੇ, ਤਾਂ ਉਹ ਨੈਚੁਰਲੀ ਜਿਹੜੀ ਮੰਜ਼ਿਲ ਹੈ ਉਹ ਤੈਅ ਕਰ ਲਵਾਂਗੇ। ਅੱਗੇ ਉਹਨਾਂ ਨੇ ਸਮਝਾਇਆ ਕਿ ਗਿਆਨਵਾਨ ਪੁਰਸ਼ ਜਿਹੜਾ ਉਹ ਸ਼ੀਘਰ ਹੀ ਪਾਰ ਕਰ ਜਾਂਦਾ। ਸ਼ੀਘਰ ਤੋਂ ਭਾਵ ਹੈ ਜਲਦੀ। ਅਤੇ ਗਿਆਨਵਾਨ ਪੁਰਸ਼ ਮਹਾਰਾਜ ਨੇ ਗੱਲ ਕੀਤੀ ਕਿ ਜਿਹੜਾ ਗਿਆਨੀ ਹੋ ਜਾਂਦਾ, ਜਿਹੜਾ ਗੁਰਮੁਖ ਹੋ ਜਾਂਦਾ, ਜਿਹੜਾ ਉਸ ਰਸਤੇ ਦੇ ਉੱਤੇ, ਗਿਆਨ ਦੇ ਰਸਤੇ ਦੇ ਉੱਤੇ, ਗਿਆਨ ਦੇ ਪੰਧ ਦੇ ਉੱਤੇ ਚੱਲ ਪੈਂਦਾ, ਉਹ ਮੰਜ਼ਿਲ ਤੈਅ ਕਰ ਹੀ ਲੈਂਦਾ ਹੈ। ਅੱਗੇ ਮਹਾਰਾਜ ਜੀ ਨੇ ਇਹਦੇ ਵਿੱਚ ਲਿਖਿਆ ਕਿ ਜਿਸ ਤਰ੍ਹਾਂ ਗੋਭ ਪੱਤ ਲੱਗਣ ਨਾਲ ਸੁਗਮ ਹੋਤਾ ਹੈ। ਗੋਭ ਪੱਤ ਉਹ ਜਿੱਦਾਂ ਕੋਈ ਆਪਾਂ ਫਲ ਬੀਜਦੇ ਹਾਂ, ਦਰਖਤ ਬੀਜਦੇ ਹਾਂ, ਉਹਨੂੰ ਇੱਕ ਗੋਭ ਨਿਕਲਦੀ ਆ, ਕੂੰਬਲੀ। ਫਿਰ ਮਹਾਰਾਜ ਜੀ ਕਹਿੰਦੇ ਜਦੋਂ ਉਹ ਫਲ ਦਾ ਗੋਭ ਲੱਗਦੀ ਹੈ ਨਾ, ਫਿਰ ਉੱਤੇ ਫਲ ਲੱਗ ਹੀ ਜਾਂਦਾ। ਜਦੋਂ ਗੋਭ ਹੀ ਨਹੀਂ ਲੱਗਿਆ ਤਾਂ ਫਲ ਕਿੱਥੋਂ ਲੱਗੇਗਾ। ਜਦੋਂ ਅਸੀਂ ਪ੍ਰਸ਼ਾਰਤ ਹੀ ਨਹੀਂ ਕਰਾਂਗੇ ਤਾਂ ਸਾਨੂੰ ਫਲ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅੱਗੇ ਮਹਾਰਾਜ ਜੀ ਨੇ ਕਿਹਾ, ਔਰ ਜਿਸ ਪੰਛੀ ਦੇ ਖੰਭ ਟੁੱਟੇ ਹੁੰਦੇ ਹਨ ਉਹ ਸਮੁੰਦਰ 'ਚ ਨਹੀਂ ਤੈਰ ਸਕਦਾ। ਖੰਭ ਤੋਂ ਭਾਵ ਹੈ ਹੌਸਲੇ। ਮਹਾਰਾਜ ਜੀ ਕਹਿੰਦੇ, ਉਹਦੇ ਵਿੱਚ ਦੱਸਿਆ ਮਹਾਰਾਜ ਜੀ ਨੇ ਯੋਗ ਵਿਸ਼ਿਸ਼ਟ ਵਿੱਚ ਪਹਿਲੇ ਹੀ ਪੰਨੇ ਉੱਤੇ ਕਿ ਜਿੱਦਾਂ ਇਨਸਾਨ ਨੂੰ ਗਿਆਨ ਔਰ ਕਰਮ ਦੀ ਜ਼ਰੂਰਤ ਹੈ, ਜਿੱਦਾਂ ਪੰਛੀ ਨੂੰ ਆਕਾਸ਼ ਵਿੱਚ ਉੱਡਣ ਦੀ ਦੋਨਾਂ ਪਰਾਂ ਦੀ ਜ਼ਰੂਰਤ ਹੁੰਦੀ ਹੈ। ਅਗਰ ਇੱਕ ਪਰ ਵੀ ਕਮਜ਼ੋਰ ਹੋ ਗਿਆ ਤਾਂ ਪੰਛੀ ਕਦੀ ਉਡਾਰੀ ਨਹੀਂ ਭਰ ਸਕਦਾ। ਇਸੇ ਤਰ੍ਹਾਂ ਸਾਨੂੰ ਵੀ ਇੱਥੇ ਮਹਾਰਾਜ ਨੇ ਇਹੀ ਸਮਝਾਇਆ ਕਿ ਸਾਨੂੰ ਵੀ ਦੋਨਾਂ ਚੀਜ਼ਾਂ ਦੀ ਜ਼ਰੂਰਤ ਹੈ। ਗ੍ਰੰਥ ਵੀ ਜ਼ਰੂਰਤ ਹੈ ਔਰ ਪੰਥ ਵੀ ਜ਼ਰੂਰਤ ਹੈ। ਗ੍ਰੰਥ ਤੋਂ ਅਸੀਂ ਗਿਆਨ ਪ੍ਰਾਪਤ ਕਰ ਸਕਦੇ ਹਾਂ ਔਰ ਅਭਿਆਸ ਕਰਕੇ ਉਸ ਰਸਤੇ ਨੂੰ ਅਸੀਂ ਪਕੜ ਕੇ ਉਸ ਰਸਤੇ 'ਤੇ ਚੱਲ ਕੇ ਅਸੀਂ ਮੰਜ਼ਿਲ ਨੂੰ ਤੈਅ ਕਰ ਸਕਦੇ ਹਾਂ। ਪੰਥ ਤੋਂ ਭਾਵ ਹੈ ਰਸਤਾ। ਔਰ ਸਾਡਾ ਪੰਥ ਕਿਹੜਾ ਹੈ, ਸਾਨੂੰ ਹਜੇ ਤੱਕ ਪਤਾ ਹੀ ਨਹੀਂ ਲੱਗਾ ਕਿ ਸਾਡਾ ਧਰਮ ਕਿਹੜਾ, ਸਾਡਾ ਪੰਥ ਕਿਹੜਾ, ਸਾਡਾ ਰਸਤਾ ਕਿਹੜਾ। ਅੱਗੇ ਮਹਾਰਾਜ ਜੀ ਨੇ ਇਹਦੇ ਵਿੱਚ ਲਿਖਿਆ ਕਿ ਉਹ ਸਮੁੰਦਰ ਵਿੱਚ ਡਿੱਗ ਕੇ ਗੋਤੇ ਖਾਂਦਾ ਹੈ। ਉਸੇ ਤਰ੍ਹਾਂ ਖੰਭਾਂ ਵਾਲਾ ਪੰਛੀ ਬੜੀ ਆਸਾਨੀ ਨਾਲ ਸਮੁੰਦਰ ਪਾਰ ਕਰ ਜਾਂਦਾ। ਮਹਾਰਾਜ ਜੀ ਕਹਿੰਦੇ ਜਿਹੜਾ ਮਨਮੁਖ ਹੁੰਦਾ, ਮੂਰਖ ਹੁੰਦਾ, ਜਿਹੜਾ ਧਿਆਨ ਕਦੀ ਕਿਸੇ ਪਾਸੇ ਹੁੰਦਾ, ਕਦੀ ਕਿਸੇ ਪਾਸੇ ਹੁੰਦਾ, ਕਦੀ ਕਿਸੇ ਪਾਸੇ ਹੁੰਦਾ, ਜਾਣੀ ਕਿ ਬੇਸ਼ੁਮਾਰ ਰਸਤੇ ਜਿਹਨੇ ਤੈਅ ਕੀਤੇ ਹੁੰਦੇ ਆ, ਦੋ ਬੇੜੀਆਂ ਦਾ ਸਵਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਕਦੀ ਪਾਰ ਹੀ ਨਹੀਂ ਹੋ ਸਕਦਾ। ਉਹ ਗੋਤੇ ਵਿੱਚ ਹੀ ਖਾਂਦਾ ਰਹਿੰਦਾ। ਰਸਤਾ ਇੱਕ ਹੀ ਪਕੜਨਾ ਹੈ, ਉਹ ਹੈ ਗਿਆਨ ਦਾ ਰਸਤਾ। ਅਤੇ ਗਿਆਨ ਦੇ ਉੱਪਰ ਚੱਲਣਾ ਸਾਡਾ ਫਰਜ਼ ਬਣਦਾ ਹੈ। ਮਹਾਰਾਜ ਨੇ ਸਾਨੂੰ ਗਿਆਨ ਦੇ ਭੰਡਾਰ ਬਖਸ਼ਿਸ਼ ਕਰ ਦਿੱਤੇ ਹੈ ਪਾਵਨ ਸ਼੍ਰੀ ਯੋਗ ਵਿਸ਼ਿਸ਼ਟ ਦੇ ਵਿੱਚ, ਪਰ ਉਸ ਗਿਆਨ ਦੇ ਉੱਤੇ ਅਜੇ ਅਸੀਂ ਚੱਲੇ ਨਹੀਂ। ਉਹ ਸਾਡਾ ਹਜੇ ਪੰਧ ਨਹੀਂ ਬਣਿਆ, ਸਾਡਾ ਪੰਥ ਨਹੀਂ ਬਣਿਆ। ਇਸ ਕਰਕੇ ਨਾ ਤਾਂ ਸਾਡਾ ਗ੍ਰੰਥ ਪ੍ਰਚਲਿਤ ਹੈ ਔਰ ਨਾ ਸਾਡਾ ਪੰਥ ਪ੍ਰਚਲਿਤ ਹੈ, ਕਿਉਂਕਿ ਅਸੀਂ ਉਸ ਪੰਥ ਨੂੰ ਪਕੜਿਆ ਨਹੀਂ। ਅੱਗੇ ਮੇਰੇ ਵੀਰ ਨੇ ਲਿਖਿਆ ਕਿ
ਉਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਵਿਰਾਗ ਅਤੇ ਅਭਿਆਸ ਰੂਪੀ ਖੰਭ ਟੁੱਟੇ ਹੁੰਦੇ ਹਨ, ਉਹ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋ ਸਕਦੇ। ਇੱਥੇ ਦੇਖੋ ਮਹਾਰਾਜ ਜੀ ਨੇ ਇਹ ਸਾਨੂੰ ਬਿਆਨ ਕੀਤਾ ਹੈ ਕਿ ਜਿਨ੍ਹਾਂ ਮਨੁੱਖਾਂ ਦੇ ਵਿਰਾਗ ਅਤੇ ਅਭਿਆਸ ਰੂਪੀ ਖੰਭ ਟੁੱਟੇ ਹਨ। ਪਹਿਲਾ ਜਿਹੜਾ ਪ੍ਰਕਰਨ ਹੈ ਉਹ ਹੈ ਵਿਰਾਗਿਆ ਪ੍ਰਕਰਨ। ਵਿਰਾਗਿਆ ਤੋਂ ਭਾਵ ਹੈ ਵਿਰਾਗ। ਜਦੋਂ ਮਨੁੱਖ ਦੇ ਅੰਦਰ ਵਿਰਾਗ ਪੈਦਾ ਹੁੰਦਾ ਨਾ, ਜਿੱਦਾਂ ਜਿੱਦਾਂ ਵਿਰਾਗ ਪੈਦਾ ਹੋਈ ਜਾਂਦਾ ਅਤੇ ਉੱਦਾਂ ਉੱਦਾਂ ਪ੍ਰੀਤਮ ਨੂੰ, ਸੁਆਮੀ ਨੂੰ, ਈਸ਼ਵਰ ਨੂੰ ਮਿਲਣ ਦੀ ਤਾਂਘ ਜਿਹੜੀ ਉਹ ਵੱਧਦੀ ਜਾਂਦੀ। ਕਿਉਂਕਿ ਜਿੰਨਾ ਚਿਰ ਇਸ਼ਕ ਨਾ ਹੋਵੇ ਉਨਾ ਚਿਰ ਵਿਰਾਗ ਜਿਹੜਾ ਉਹ ਪੈਦਾ ਹੀ ਨਹੀਂ ਹੁੰਦਾ। ਅਤੇ ਜਦੋਂ ਵਿਰਾਗ ਪੈਦਾ ਹੋ ਗਿਆ ਤਾਂ ਫਿਰ ਉਹਨੂੰ ਮਿਲਣ ਦੀ ਜਿਹੜੀ ਉਹ ਤਾਂਘ ਵੱਧਦੀ ਜਾਂਦੀ। ਅਤੇ ਇੱਥੇ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਪਹਿਲਾ ਜਿਹੜਾ ਪ੍ਰਕਰਨ ਆ ਵਿਰਾਗਿਆ ਪ੍ਰਕਰਨ ਆ। ਇਸੇ ਕਰਕੇ ਉਹ ਵਿਰਾਗਿਆ ਪ੍ਰਕਰਨ ਜਿਹੜਾ ਉਹ ਪਹਿਲੇ ਹੀ ਸਟਾਰਟ ਕੀਤਾ ਗਿਆ ਕਿ ਸਭ ਤੋਂ ਪਹਿਲਾਂ ਵਿਰਾਗ ਪੈਦਾ ਹੋਵੇ, ਪ੍ਰੀਤਮ ਨੂੰ ਮਿਲਣ ਦਾ ਵਿਰਾਗ ਪੈਦਾ ਹੋਵੇ। ਜਦੋਂ ਵਿਰਾਗ ਪੈਦਾ ਹੋ ਗਿਆ ਫਿਰ ਸਾਡੇ ਅੰਦਰ ਉਹ ਹਾ ਨਿਕਲੇਗੀ, ਸਾਡੇ ਅੰਦਰ ਉਹ ਇੱਕ ਭਾਵਨਾ ਐਸੀ ਪੈਦਾ ਹੋ ਜਾਏਗੀ ਕਿ ਪ੍ਰੀਤਮ ਨੂੰ ਮਿਲਣ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਸਭ ਤੋਂ ਪਹਿਲਾਂ ਤਾਂ ਕਰਕੇ ਵਿਰਾਗਿਆ ਪ੍ਰਕਰਨ ਮਹਾਰਾਜ ਨੇ ਦਿੱਤਾ, ਆਪਣੇ ਅੰਦਰ ਵਿਰਾਗ ਪੈਦਾ ਕਰਨ ਦਾ। ਕਿਉਂਕਿ ਜਿੰਨਾ ਚਿਰ ਆਪਣੇ ਪਤੀ ਨੂੰ, ਪਰਮੇਸ਼ਵਰ ਨੂੰ, ਈਸ਼ਵਰ ਨੂੰ ਮਿਲਣ ਦਾ ਵਿਰਾਗ ਨਹੀਂ ਨਾ ਪੈਦਾ ਹੁੰਦਾ, ਅਤੇ ਜਦੋਂ ਉਹ ਮਿਲ ਜਾਵੇ ਫਿਰ ਜਿਹੜਾ ਸਕੂਨ ਮਿਲਦਾ ਫਿਰ ਉਹ ਸ਼ਾਇਦ ਹੀ ਕੋਈ ਬਿਆਨ ਕਰ ਸਕਦਾ। ਇੱਥੇ ਮਹਾਰਾਜ ਨੇ ਲਿਖਿਆ ਕਿ ਜਿਨ੍ਹਾਂ ਮਨੁੱਖਾਂ ਦੇ ਵਿਰਾਗ ਅਤੇ ਅਭਿਆਸ ਰੂਪੀ ਖੰਭ ਟੁੱਟ ਜਾਂਦੇ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਅੰਦਰ ਵਿਰਾਗ ਨਹੀਂ ਨਾ ਪੈਦਾ ਹੋਇਆ ਅਤੇ ਅਭਿਆਸ ਉਹ ਤਾਂ ਕਰਦੇ ਹੀ ਨਹੀਂ, ਜਾਣੀ ਕਿ ਗਿਆਨ ਔਰ ਕਰਮ। ਇੱਥੇ ਮਹਾਰਾਜ ਨੇ ਦੋਨੇ ਚੀਜ਼ਾਂ ਬਿਆਨ ਕੀਤੀਆਂ। ਕਿਉਂਕਿ ਵਿਰਾਗ ਤੋਂ ਬਿਨਾਂ ਤਾਂਘ ਨਹੀਂ ਬਣਦੀ ਅਤੇ ਚੱਲਣ ਤੋਂ ਬਿਨਾਂ, ਚੱਲਣ ਤੋਂ ਭਾਵ ਅਭਿਆਸ ਤੋਂ ਬਿਨਾਂ ਉਹ ਰਸਤਾ ਤੈਅ ਨਹੀਂ ਹੁੰਦਾ। ਇੱਥੇ ਦੋਨੇ ਚੀਜ਼ਾਂ ਮਹਾਰਾਜ ਜੀ ਨੇ ਮੈਂਸ਼ਨ ਕੀਤੀਆਂ। ਅੱਗੇ ਲਿਖਿਆ ਕਿ ਇਹ ਅਭਿਆਸ ਰੂਪੀ ਖੰਭ ਹਨ। ਜਿਨ੍ਹਾਂ ਮਨੁੱਖਾਂ ਦੇ ਵਿਰਾਗ ਅਤੇ ਅਭਿਆਸ ਰੂਪੀ ਖੰਭ ਹਨ ਉਹ ਸ਼ੀਘਰ ਹੀ, ਮਤਲਬ ਜਲਦੀ ਹੀ ਭਵ ਸਾਗਰ ਤੋਂ ਪਾਰ ਹੋ ਜਾਂਦੇ। ਇੱਥੇ ਮਹਾਰਾਜ ਜੀ ਨੇ ਇੱਥੇ ਸਾਨੂੰ ਬਿਆਨ ਕੀਤਾ ਕਿ ਜਿਨ੍ਹਾਂ ਇਨਸਾਨਾਂ ਦੇ ਜਿਹੜੇ ਗੁਰਮੁਖ ਬਣ ਜਾਂਦੇ ਆ, ਜਿਨ੍ਹਾਂ ਦੇ ਅੰਦਰ ਉਹ ਵਿਰਾਗ ਪੈਦਾ ਹੋ ਜਾਂਦਾ, ਤਾਂ ਉਸ ਵਿਰਾਗ ਨੂੰ ਦੂਰ ਕਰਨ ਵਾਸਤੇ, ਉਸ ਤਾਂਘ ਨੂੰ ਦੂਰ ਕਰਨ ਵਾਸਤੇ ਜਿਹੜੇ ਗੁਰਮੁਖ ਅਭਿਆਸ ਕਰਦੇ ਆ ਉਹ ਜਲਦੀ ਹੀ ਭਵ ਸਾਗਰ ਤੋਂ ਪਾਰ ਹੋ ਜਾਂਦੇ ਆ।